परम सत्कारयोग सतगुरां दी साजी और नवाजी हुई साध संगत जीओ, आप माई पाई धनता दे योग हों जिन्हां नूं गुरु चरणां दे विच बैठण दे सुभाग समय प्राप्त होया। आओ रल मिल के गुर इतिहास दियां विचारां सरवण करके अपने समय और सवासां नूं सफले बनाउण दा यतन करिए। गुरमुख प्यारिओ, 24 तरीक नूं जो आपां सवेरे विचार छड्डी सी, माई भागो ब्रह्म ज्ञानन। माई भागो पिंड ਝਬਾਲ जिला ਅੰਮ੍ਰਿਤਸਰ ਦੇ ਢਿੱਲੋਂ ਗੋਤ ਦੀ ਇਸਤਰੀ ਜਿਹੜੀ ਮੁਕਤਸਰ ਦੇ ਯੁੱਧ ਵਿੱਚ ਫੱਟੜ ਹੋ ਗਈ ਸੀ। ਗੁਰੂ ਜੀ ਦੀ ਕਿਰਪਾ ਨਾਲ ਭਜਨ ਸਿਮਰਨ ਕਰਕੇ ਬ੍ਰਹਮ ਗਿਆਨ ਨੂੰ ਪੁੱਜ ਗਈ। ਜਿਹਨੂੰ ਬ੍ਰਹਮ ਗਿਆਨ ਭਾਵ ਕਿ परमेश्वर दा ओ ब्रह्म दा ज्ञान हो गया, उन्हों ब्रह्म ज्ञानी आख्या जाता है। नाम सिमरन भजन करके ब्रह्म ज्ञान प्राप्त हो गया। एक दिन उसदी मस्तानी दिशा नूं वेख के गुरु जी ने आख्या, महाराज जी कहंदे सुन माई भागो, तू परमहंस अवस्था पा लई आ, इस करके भावे तैनूं दुनिया वल्लों कोई दोष नहीं लग सकता, पर तू फिर भी लोकां चारी करके तेड़ कसहरा पहन के सिर ते छोटी दस्तार बन के ते शरीर उत्ते चादर लैके सतगुरु जी का यह हुक्म मन के माई भागो मरदावा भेद धार के हथ विच सदा बरसा रखदी सी अते गुरु जी दी अड़दल विच ही हाजर रहिंदी सी। सतगुरु जी दे ज्योति जोत समाउण पिछों माई भागो उदास होके बिदर चली गई सी। जदों सतगुरु जी ज्योति जोत समाए ने तां माई भागो उदास हो गए, उस तो बाद बिदर चली गई सी। तां गुरमुख प्यारिओ, उत्थे ही शरीर त्यागया माई भागो दे नाम दा एक बुंगा श्री हजूर साहिब बनया होया है, जिस विच श्री तख्त साहब दा हैड पुजारी निवास रखदा है। इस बुंगे विच मंजी उत्ते सौना जां बैठना बवर्जत है। डल्ले नूं सूबा सरहद दी चिट्ठी आ गई। क्यों? क्योंकि गुरु जी डल्ले दे
ਕੋਲ ਰਹਿੰਦੇ ਸੀ। ਇੱਕ ਦਿਨ ਗੁਰੂ ਜੀ ਦਾ ਦੀਵਾਨ ਸਜ ਰਿਹਾ ਸੀ ਅਤੇ ਭਾਈ ਡੱਲਾ ਆਪ ਜੀ ਦੇ ਪਾਸ ਬੈਠਾ ਹੋਇਆ ਸੀ। ਉਸ ਸਮੇਂ ਸੂਬਾ ਸਰਹੰਦ ਵੱਲੋਂ ਇੱਕ ਘੋੜ ਸਵਾਰ ਚਿੱਠੀ ਲੈ ਕੇ ਡੱਲੇ ਪਾਸ ਆਇਆ। ਚਿੱਠੀ ਵਿੱਚ ਸੂਬਾ ਵਜ਼ੀਰ ਖਾਂ ਸਰਹੰਦ ਨੇ ਲਿਖਿਆ ਸੀ ਕਿ ਹੇ ਡੱਲਾ ਚੌਧਰੀ, ਗੁਰੂ ਗੋਬਿੰਦ ਸਿੰਘ ਨੇ ਘਮਸਾਣ ਦੇ ਯੁੱਧ ਕਰਕੇ ਸਾਡੇ ਲੱਖਾਂ ਆਦਮੀ ਮਾਰ ਦਿੱਤੇ ਹਨ ਅਤੇ ਸਾਡਾ ਇਤਨਾ ਨੁਕਸਾਨ ਕਰਕੇ ਗੁਰੂ ਫੇਰ ਵੀ ਸਾਡੇ ਕਾਬੂ ਨਹੀਂ ਆਇਆ। ਹੁਣ ਮੈਨੂੰ ਪਤਾ ਲੱਗਾ ਹੈ ਕਿ ਗੁਰੂ ਤੇਰੇ ਪਾਸ ਰਹਿੰਦੇ ਹਨ। ਇਸ ਕਰਕੇ ਤੂੰ ਗੁਰੂ ਨੂੰ ਫੜ ਕੇ ਹੁਣ ਹੀ ਮੇਰੇ ਪਾਸ ਭੇਜ ਦੇ। ਗੁਰੂ ਨੂੰ ਫੜ ਕੇ ਮੇਰੇ ਪਾਸ ਭੇਜ ਦੇ। ਬਾਦਸ਼ਾਹ ਇਸ ਬਦਲੇ ਤੈਨੂੰ ਬੜਾ ਇਨਾਮ ਤੇ ਵਡਿਆਈਆਂ ਦੇਵੇਗਾ, ਪਰ ਜੇ ਤੂੰ ਗੁਰੂ ਨੂੰ ਫੜ ਕੇ ਮੇਰੇ ਪਾਸ ਨਹੀਂ ਭੇਜੇਗਾ ਤਾਂ ਮੈਂ ਆਪਣੀ ਫੌਜ ਲੈ ਕੇ ਤੈਨੂੰ ਤੇ ਗੁਰਾਂ ਦੋਹਾਂ ਨੂੰ ਆਣ ਕੇ ਫੜ ਲਵਾਂਗਾ। ਡੱਲੇ ਨੇ ਇਹ ਚਿੱਠੀ ਪੜ੍ਹ ਕੇ ਉਸ ਨੂੰ ਉੱਤਰ ਲਿਖਿਆ ਕਿ ਗੁਰੂ ਜੀ ਸਾਡੀ ਜਿੰਦ ਜਾਨ ਹਨ। ਗੁਰੂ ਜੀ ਸਾਡੀ ਜਿੰਦ ਜਾਨ ਹਨ, ਇਸ ਕਰਕੇ ਮਰਨ ਮਾਰਨ ਤੋਂ ਬਿਨਾਂ ਤੁਹਾਨੂੰ ਕਿਸ ਤਰ੍ਹਾਂ ਫੜਾ ਦਈਏ। ਜੇਕਰ ਤੂੰ ਬਹੁਤ ਸਾਰੀ ਫੌਜ ਲੈ ਕੇ ਆਵੇਂਗਾ ਤਾਂ ਤੇਰੀ ਫੌਜ ਨੂੰ ਮਾਰ ਕੁੱਟ ਕੇ ਅਸੀਂ ਜੰਗਲ ਵਿੱਚ ਵਾੜਾਂਗੇ ਅਤੇ ਸਦਾ ਹੀ ਗੁਰੂ ਜੀ ਦੇ ਨਾਲ ਰਹਾਂਗੇ। ਇਹ ਉੱਤਰ ਪੜ੍ਹ ਕੇ ਵਜ਼ੀਰ ਖਾਂ ਬੜਾ ਦੁਖੀ ਹੋਇਆ ਅਤੇ ਲਾਲ ਪੀਲਾ ਹੋ ਕੇ ਵਿੱਚੇ ਵਿੱਚ ਚਿੰਤਾ ਕਰਨ ਲੱਗ ਪਿਆ। ਜਦ ਗੁਰੂ ਜੀ ਨੂੰ ਡੱਲੇ ਦੇ ਇਸ ਉੱਤਰ ਦਾ ਪਤਾ ਲੱਗਿਆ ਤਾਂ ਆਪ ਜੀ ਨੇ ਡੱਲੇ ਦੀ ਬੜੀ ਪ੍ਰਸ਼ੰਸਾ ਕੀਤੀ ਅਤੇ ਕਿਹਾ, ਡੱਲਿਆ, ਤੇਰੇ ਉੱਤੇ ਸਾਡੀ ਬੜੀ ਖੁਸ਼ੀ ਹੈ। ਤੂੰ ਸੂਰਮਾ ਨਿਕਲਿਆ, ਸੂਬੇ ਤੋਂ ਡਰਿਆ ਨਹੀਂ ਹੈ। ਤੂੰ ਸੂਰਮਾ ਨਿਕਲਿਆ ਤੇ ਸੂਬੇ ਤੋਂ ਡਰਿਆ ਨਹੀਂ ਹੈ। ਅੱਗੇ ਪ੍ਰਸੰਗ ਭਾਈ ਰਾਮ ਸਿੰਘ ਜੀ ਦੇ ਘਰ ਭਾਈ ਕੇ ਚੱਕ ਜਾਣਾ। ਇੱਕ ਦਿਨ ਗੁਰੂ ਜੀ ਨੇ ਡੱਲੇ ਨੂੰ ਆਖਿਆ, ਡੱਲਿਆ, ਅਸੀਂ ਬਠਿੰਡੇ ਦਾ ਕਿਲਾ ਵੇਖਣਾ ਚਾਹੁੰਦੇ ਹਾਂ, ਜੋ ਲੜਾਈ ਕਰਨ ਵਾਸਤੇ ਇਹ ਬੜਾ ਚੰਗਾ ਸੁਣਿਆ ਹੈ। ਮਹਾਰਾਜ ਜੀ ਕਹਿੰਦੇ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਅਸੀਂ ਸੁਣਿਆ ਵੀ ਇਹ ਕਿਲਾ ਬੜਾ ਸੋਹਣਾ ਹੈ ਤੇ ਲੜਾਈ ਕਰਨ ਵਾਸਤੇ ਚੰਗਾ ਹੈ। ਡੱਲੇ ਨੇ ਹੱਥ ਜੋੜ ਕੇ ਕਿਹਾ, ਗੁਰੂ ਜੀ, ਇੱਧਰ ਸਾਡੇ ਪਾਸ ਤੁਰਕ ਨਹੀਂ ਹਨ, ਇਸ ਦੇਸ਼ ਵਿੱਚ ਪਾਣੀ ਨਹੀਂ ਹੈ, ਜਿਸ ਕਰਕੇ ਇਹ ਸਦਾ ਹੀ ਆਕੀ ਰਹਿੰਦਾ ਹੈ, ਕਿਸੇ ਪਾਸੋਂ ਫਤਿਹ ਨਹੀਂ ਕੀਤਾ ਜਾ ਸਕਦਾ। ਬਠਿੰਡੇ ਦਾ ਕਿਲਾ ਇੱਕ ਰਾਜਪੂਤ ਰਾਜਾ ਬਿਨੈਪਾਲ ਨੇ ਬਣਾਇਆ ਅਤੇ ਇਹ ਤਦੋਂ ਦਾ ਉਜਾੜ ਪਿਆ ਹੈ, ਇਹ ਕਦੇ ਨਹੀਂ ਵਸਿਆ। ਤੁਸੀਂ ਜਿੱਧਰ ਇੱਛਾ ਹੋਵੇ ਵਿਚਰਨਾ ਕਰੋ, ਇੱਧਰ ਤੁਰਕ ਲੜਾਈ ਕਰਨ ਨਹੀਂ ਆ ਸਕਦੇ।
ਤੁਸੀਂ ਸੈਰ ਸਪੱਟਾ ਕਰਕੇ ਫਿਰ ਸਾਡੇ ਪਾਸ ਹੀ ਆ ਜਾਣਾ। ਕਿਸੇ ਥਾਂ ਰਹਿਣ ਵਾਸਤੇ ਚਿੱਤ ਨਾ ਲਾਣਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਡੱਲੇ ਨੂੰ ਧੀਰਜ ਦਿੱਤਾ ਕਿ ਅਸੀਂ ਤੇਰੇ ਪਾਸ ਹੀ ਵਾਪਸ ਆਣ ਕੇ ਠਹਿਰਾਂਗੇ, ਅਤੇ ਸਿੰਘ ਸੈਨਾ ਨੂੰ ਨਾਲ ਲੈ ਕੇ ਤਿਆਰੀ ਕਰਕੇ ਚੱਲ ਪਏ। ਇੱਧਰ ਉੱਧਰ ਸ਼ਿਕਾਰ ਖੇਡਦੇ ਹੋਏ ਗੁਰੂ ਜੀ ਤੁਰੇ ਗਏ ਅਤੇ ਪਿੰਡ ਚੱਕ ਭਾਈ ਕੇ ਪਹੁੰਚ ਕੇ ਭਾਈ ਰਾਮ ਸਿੰਘ ਪਾਸ ਡੇਰਾ ਕੀਤਾ। ਭਾਈ ਰਾਮ ਸਿੰਘ ਨੇ ਬੜੇ ਪ੍ਰੇਮ ਅਤੇ ਉਤਸ਼ਾਹ ਨਾਲ ਗੁਰੂ ਜੀ ਨੂੰ ਇੱਕ ਪਿੱਪਲ ਹੇਠਾਂ ਝੌਂਪੜੀ ਵਿੱਚ ਡੇਰਾ ਲਾ ਦਿੱਤਾ। ਝੌਂਪੜੀ ਦੇ ਅੰਦਰ ਬਾਹਰ ਮੋਟੀ ਰੇਤ ਵਸਾ ਕੇ ਉੱਪਰ ਪਾਣੀ ਛਿੜਕਾ ਕੇ ਪਾਣੀ ਦੇ ਕੋਰੇ ਘੜੇ ਭਰ ਕੇ ਰੱਖ ਦਿੱਤੇ। ਪਲੰਗ ਉੱਤੇ ਬੈਠ ਕੇ ਬੜੀ ਖੁਸ਼ੀ ਨਾਲ ਕਿਹਾ, ਭਾਈ ਰਾਮ ਸਿੰਘ, ਤੇਰਾ ਇਹ ਅਸਥਾਨ ਜਮਨਾ ਦੇ ਕਿਨਾਰੇ ਵਾਂਗੂ ਬੜਾ ਠੰਡਾ ਹੈ। ਇਹ ਜਮਨਾ ਦੇ ਕਿਨਾਰੇ ਵਾਂਗੂ ਬੜਾ ਠੰਡਾ ਹੈ। ਇੱਥੇ ਬੜੀ ਠੰਡੀ ਹਵਾ ਚੱਲ ਰਹੀ ਹੈ। ਇਸ ਤਰ੍ਹਾਂ ਪ੍ਰਸ਼ੰਸਾ ਕਰਦੇ ਹੋਏ ਗੁਰੂ ਜੀ ਵਿਰਾਜ ਗਏ। ਭਾਈ ਰਾਮ ਸਿੰਘ ਲੰਗਰ ਤਿਆਰ ਕਰਵਾਉਣ ਲੱਗ ਪਿਆ। ਦੇਗ ਤਿਆਰ ਕਰਕੇ ਪਹਿਲਾਂ ਗੁਰੂ ਜੀ ਨੂੰ ਛਕਾ ਕੇ ਫਿਰ ਸਾਰੇ ਸਿੰਘ ਸੈਨਿਕਾਂ ਵਿੱਚ ਵਰਤਾ ਦਿੱਤੀ। ਤਾਂ ਪਹਿਲਾਂ ਗੁਰੂ ਜੀ ਨੂੰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੇਗ ਛਕਾਈ ਤੇ ਫਿਰ ਬਾਅਦ ਦੇ ਵਿੱਚ ਸਾਰੇ ਸਿੰਘਾਂ ਨੂੰ ਦੇਗ ਪ੍ਰਸਾਦ ਵਰਤਾਇਆ ਗਿਆ। ਮਾਤਾ ਜੀ ਦਾ ਸੀਤ ਪ੍ਰਸਾਦ ਭਾਈ ਜੀ ਨੇ ਮਾਤਾ ਸੁੰਦਰੀ ਜੀ ਅਤੇ ਸਾਹਿਬ ਦੇਵਾਂ ਨੂੰ ਆਪਣੇ ਘਰ ਅੰਦਰ ਉਤਾਰਾ ਦੇ ਕੇ ਉਹਨਾਂ ਦੀ ਹਰ ਪ੍ਰਕਾਰ ਦੀ ਸੇਵਾ ਕੀਤੀ। ਗੁਰੂ ਸਾਹਿਬ ਜੀ ਦੇ ਥਾਲ ਦਾ ਸੀਤਲ ਪ੍ਰਸਾਦ ਭਾਈ ਜੀ ਨੇ ਆਪ ਛਕਿਆ ਅਤੇ ਮਾਤਾ ਸੁੰਦਰੀ ਜੀ ਦਾ ਸੀਤ ਪ੍ਰਸਾਦ ਅੰਦਰ ਜੋ ਭਾਈ ਰਾਮ ਸਿੰਘ ਦੇ ਘਰ ਵਾਲੀ ਸੀ ਉਸਨੇ ਛਕਿਆ, ਪਰ ਮਾਤਾ ਸਾਹਿਬ ਦੇਵਾਂ ਦੇ ਥਾਲ ਦਾ ਪ੍ਰਸਾਦ ਭਾਈ ਰਾਮ ਸਿੰਘ ਦੇ ਘਰ ਵਾਲੀ ਨੇ ਕੁੱਤਿਆਂ ਨੂੰ ਪਾ ਦਿੱਤਾ, ਜਿਸ ਨੂੰ ਵੇਖ ਕੇ ਮਾਤਾ ਸਾਹਿਬ ਦੇਵਾ ਨੇ ਬਹੁਤ ਗੁੱਸਾ ਕੀਤਾ ਅਤੇ ਗੁਰੂ ਜੀ ਨੂੰ ਦੱਸਿਆ ਕਿ ਭਾਈਆਂ ਦੀਆਂ ਇਸਤਰੀਆਂ ਨੇ ਮੇਰਾ ਸੀਤਲ ਪ੍ਰਸਾਦ ਥਾਲ ਲੈ ਕੇ ਕੁੱਤਿਆਂ ਨੂੰ ਪਾ ਦਿੱਤਾ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਮ ਸਿੰਘ ਨੂੰ ਪੁੱਛਿਆ ਕਿ ਤੁਹਾਡੀ ਇਸਤਰੀ ਨੇ ਇਹ ਕੀ ਕੀਤਾ ਹੈ। ਅੱਗੋਂ ਰਾਮ ਸਿੰਘ ਨੇ ਹੱਥ ਜੋੜ ਕੇ ਆਖਿਆ, ਜੀ ਇਹਨਾਂ ਮਾਤਾ ਜੀ ਦਾ ਗੋਤ ਕੁਨਾਲਾ ਨਹੀਂ ਹੋਇਆ ਅਤੇ ਨਾ ਹੀ ਇਹਨਾਂ ਦਾ ਸਰੀਰ ਗੁਰੂ ਆਪ ਜੀ ਦੇ ਸਰੀਰ ਨਾਲ ਲੱਗਿਆ ਹੈ। ਇਸ ਕਰਕੇ ਵਿਚਾਰ ਕਰਕੇ ਇਹਨਾਂ ਦਾ ਸੀਤ ਪ੍ਰਸਾਦ ਨਹੀਂ ਖਾਧਾ। ਗੁਰੂ ਜੀ ਨੇ ਕਿਹਾ, ਅਸੀਂ ਇਹਦੀ ਝੋਲੀ ਵਿੱਚ ਖਾਲਸਾ ਪੰਥ ਪਾਇਆ ਹੋਇਆ ਹੈ। ਭਾਈ ਰਾਮ ਸਿੰਘ ਕਹਿੰਦਾ ਵੀ ਇਹ ਸੀਤਲ ਪ੍ਰਸਾਦ ਇਹਨਾਂ ਦਾ ਤਾਂ ਨਹੀਂ ਸਕਿਆ, ਨਾ ਤਾਂ ਇਹਨਾਂ ਨੂੰ ਤੁਹਾਡਾ
कोई अंग लग्या होया, भाव कि तुहाडा कोई संबंध नहीं है शरीर करके इन्हां नाल, इस करके इन्हां दा शीतल प्रसाद नहीं सकिया। कलगीधर पातशाह गुरु गोबिंद सिंह महाराज जी ने कहा, असां ਇਹਦੀ ਝੋਲੀ सारा खालसा पंथ पाया होया है, फिर अगे तो तुसा किसी ने ऐसी गलती नहीं करनी। गुरु जी का हुक्म मन के दूसरे दिन माता साहिब देव जी का थाल लैके सारिਆਂ ਨੂੰ बड़े प्रेम सरदा नाल शीतल प्रसाद सकिया ਅਤੇ पिछली गलती की भुल बख्शाई। दयालदास भाई भगतू का पोतरा ਅਤੇ गौरे का पोतरा। दयालदास ने अमृत सकना, केस रखने ਅਤੇ कसेरा पहनना गुरु जी का बचन नहीं सी मन्निया। जद वो गुरु जी का इत्थे दर्शन करने वास्ते अपने पिंड भूचो तो आया तो गुरु जी उस नाल बोले ना। महाराज जी उहदे नाल बोले नहीं। तद भाई राम सिंह ने बेनती की, सच्चे पातशाह ये भी तो इसे बाड़े का बंदा है, आप इसनू बख्श दिओ। पर जद गुरु जी ने राम सिंह की ये गल का कोई उत्तर ना दिता तो उसने समझ लिया कि गुरु जी इस नाल गुस्से हैं। उसने दयाल दास नूं आख्या कि गुरु जी बठिंडे का किला वेखण छेती ही जा रहे हैं। तेरा भूचो पिंड रास्ते विच आउंदा है, तू उत्थे पिंड दे घर जाके बड़ी देग लंगर तैयार करके जद गुरु जी नूं बठिंडे तो जाते हुए तेरे पिंड भूचो पास लंघणगे तां बेनती करके ਸਿੰਘਾਂ नूं भोजन छकावी ਅਤੇ गुरु जी नूं अपनी सेवा नाल प्रसन्न करके पिछली भुल बख्शा लवे। भाई राम सिंह जी की गल मन के दयाल दास भूचो नूं चलिया गया। दूसरे दिन भाई राम सिंह ने गुरु जी नूं अपने घर सद के प्रसाद छकाया ਅਤੇ साज नाल संगारी हुई एक घोड़ी ते 100 रुपया भेटा किया। एक तो घोड़ी संगारी हुई ते 100 रुपया भेटा किया। उस समय का 100 रुपये देख लो भी कितना, एक पैसे की बड़ी महत्ता होंदी सी। दुक्की तिक्की पंजी उस समय इन्हां चीज़ों की बड़ी महानता होंदी सी। तां गुरमुख प्यारे भाई राम सिंह ने उस समय 100 रुपया भेटा किया। जे अज दी ला लीए हिसाब किताब जा तां 1 करोड़ रुपया बनता अज का। अगले दिन गुरु जी उस घोड़ी ते सवार होके बठिंडे का किला देखने वास्ते तुर पे। जद पिंड भूचों पास पहुंचे तां तलाब विच घोड़ी नूं तिहाया जान के
पानी पीण वास्ते अगे कीता, पर घोड़ी ने पानी नूं सुंघ के पानी ना पीता, जिस करके घोड़ी ने पानी नहीं पीता। तो गुरमुख प्यारिओ, सुंघ के पानी ना पीता। गुरु जी ने हस के कहा, महाराज जी ने हस के कहा, इस पानी विच मसंद दी बू आउंदी है, जिस करके घोड़ी ने पानी नहीं पीता। उधर जदों दयाल दास नूं पता लगा तो उसने तत्काल ही गुरु जी पास पहुंच के बेनती की, प्रभु जी अज इत्थे ही डेरा करो, असी तुहाडे कदीमी हाँ, असी तुहाडे सेवक हाँ, साडा घर-बार भी चरण पा के पवित्र करो। आप जी वास्ते असी प्रसाद तैयार करवाते हाँ, छक के ही अगे जाना। पर गुरु जी ने आख्या ते फिर गुरु जी ने आख्या असी अगे भागू पिंड डेरा करांगे, इत्थे ठहर नाल धुप बहुत चढ़ जाएगी ते फिर गर्मी विच अगे जाना बड़ा दुखदाई होवेगा। ये बचन करके सतगुरु कलगीधर पातशाह महाराज जी घोड़ी ते सवार होके अगे नूं चल पे। दयाल दास दा भोजन पानी कुछ अंगीकार ना कीता, कोई प्रसादा पानी महाराज ने ना सकिया। फिर राम सिंह ने दयाल दास नूं आख्या कि लंगर ते कड़ा प्रसाद सब कुछ गड्डियां ते लद के गुरु जी दे पिछे ही भागू पिंड लै चलदे आ। दयाल दास ने इसे तरह ही कीता, पर उसका भोजन आदि गुरु जी ने फिर भी अंगीकार नहीं किया। महाराज जी दे पिछे पिछे भोजन लै गए ते फिर भी महाराज ने अंगीकार नहीं किया। धन भाग सी उन्हां दे जिन्हां दे घरां च महाराज जी चरण पाउंदे सी, जिन्हां दे घरां दे जल पानी सकदे सी, धन भाग सी उन्हां दे। हरेक दे महाराज जी लंगर पानी नहीं सकिया करदे सी, हरेक दे घर प्रसाद नहीं सकिया करदे सी। बिरले बिरले हुंदे सी जिहड़े घर जिन्हां दे महाराज जी प्रसाद पानी छकिया करदे सी। तुसी भागां वाले हो जिन्हां दियां देग दियां सेवावां लगियां होईयां ने, जिन्हां दियां देग दियां सेवावां लगियां होईयां ने ना, महाराज जी रोज बदल बदल के घर दा प्रसाद जो तैयार होके आउंदा। सतगुरु गुरु ग्रंथ साहिब महाराज जी, कलगीधर पातशाह गुरु गोबिंद सिंह महाराज ओही जोत ने, आखो सतनाम। ओही जोत ने पहला सतगुरु जी शरीर करके हुंदे सी ते हुण शब्द करके ने, फर्क कोई नहीं है, ओही जोत ने। ते हुण भागां वाले घर ने जिन्हां चों देगां सज के आउंदियां ने, देगां बनदियां ने ते सतगुरु जी भोग लाउंदे ने। आखो सतनाम। पर भाई दयाल दास नूं आख्या कि लंगर ते कड़ा प्रसाद सब कुछ गड्डियां ते लद के गुरु जी दे पिछे पिछे पिंड पिंड भागू के लै चलीए। फिर भी
ਅੰਗੀਕਾਰ ਨਾ ਕੀਤਾ। ਜਿੰਨਾ ਵੀ ਰਾਸ਼ਨ ਪਾਣੀ ਤਿਆਰ ਸੀ ਨਾ, ਗੱਡਿਆਂ ਵਿੱਚ ਲੱਦ ਕੇ ਲੈ ਗਏ। ਮਹਾਰਾਜ ਜੀ ਨੇ ਫੇਰ ਵੀ ਨਹੀਂ ਸਕਿਆ। ਆਖੋ ਸਤਨਾਮ। ਇੱਕ ਰਾਤ ਭਾਗੋ ਪਿੰਡ ਵਿੱਚ ਵਿਸ਼ਰਾਮ ਕਰਕੇ ਦੂਜੇ ਦਿਨ ਗੁਰੂ ਜੀ ਨੇ ਬਠਿੰਡੇ ਦਾ ਕਿਲ੍ਹਾ ਵੇਖ ਕੇ ਉੱਥੇ ਕਿਲ੍ਹੇ ਵਿੱਚ ਹੀ ਡੇਰਾ ਰੱਖਿਆ ਅਤੇ ਖਾਣ ਪਾਣ ਕਰਕੇ ਰਾਤ ਨੂੰ ਬਰਾਜ ਗਏ। ਤੇ ਅੱਧੀ ਰਾਤ ਹੋ ਗਈ ਤਾਂ ਇੱਕ ਕੰਨਿਆ ਆਈ। ਜਦੋਂ ਰਾਤ ਨੂੰ ਸਤਿਗੁਰੂ ਜੀ ਬਰਾਜ ਗਏ ਨਾ, ਅੱਧੀ ਰਾਤ ਹੋਈ ਤਾਂ ਇੱਕ ਕੰਨਿਆ ਆਈ। ਉਸਨੇ ਗੁਰੂ ਜੀ ਦੇ ਪਲੰਗ ਦੀ ਪ੍ਰਦਰਸ਼ਨਾ ਕਰਕੇ ਗੁਰੂ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਭਾਵ ਕਿ ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਏ ਤੇ ਆਲੇ ਦੁਆਲੇ ਪਰਿਕਰਮਾ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਇੱਥੇ ਆਏ ਹੋ। ਮੈਂ ਜੰਗਲ ਦੇਸ਼ ਦੀ ਧਰਤੀ ਹਾਂ। ਦੇਖ ਲਓ, ਧਰਤੀ ਵੀ ਇਸਤਰੀ ਦਾ ਰੂਪ ਧਰ ਕੇ ਬਠਿੰਡੇ ਕਿਲ੍ਹੇ ਦੇ ਵਿੱਚ ਮਹਾਰਾਜ ਜੀ ਦੇ ਕੋਲ ਆਈ ਆ। ਤਾਂ ਗੁਰਮੁਖ ਪਿਆਰਿਓ, ਕਹਿਣਾ ਕੀਤਾ, ਤੁਸੀਂ ਬੜੀ ਕਿਰਪਾ ਕੀਤੀ ਹੈ ਜੋ ਇੱਥੇ ਆਏ ਹੋ। ਮੈਂ ਜੰਗਲ ਦੇਸ਼ ਦੀ ਧਰਤੀ ਹਾਂ ਅਤੇ ਆਪ ਜੀ ਦਾ ਆਉਣਾ ਸੁਣ ਕੇ ਇਹ ਬੇਨਤੀ ਕਰਨ ਵਾਸਤੇ ਰੂਪ ਧਾਰਨ ਕਰਕੇ ਹਾਜ਼ਰ ਹੋਈ ਹਾਂ। ਜਿਵੇਂ ਆਨੰਦਪੁਰ ਸਾਹਿਬ, ਜਦੋਂ ਸਤਿਗੁਰੂ ਜੀ ਆਨੰਦਪੁਰ ਨੂੰ ਛੱਡ ਕੇ ਆਉਣ ਲੱਗੇ ਸੀ ਨਾ, ਉਦੋਂ ਵੀ ਆਨੰਦਪੁਰ ਦੀ ਧਰਤੀ ਨੇ ਦੇਵੀ ਦਾ ਰੂਪ ਧਾਰਨ ਕਰ ਲਿਆ ਸੀ। ਸੱਚੇ ਪਾਤਸ਼ਾਹ ਹੁਣ ਕਦੋਂ ਆਓਗੇ? ਮਹਾਰਾਜ ਜੀ ਕਹਿੰਦੇ, ਧਰਤੀ ਹੁਣ ਕੋਈ ਪਤਾ ਨਹੀਂ ਕਦੋਂ ਆਵਾਂਗੇ। ਇੱਥੇ ਮੇਰਾ ਖਾਲਸਾ ਆਇਆ ਕਰੇਗਾ, ਖਾਲਸੇ ਵਿੱਚ ਹੀ ਮੇਰਾ ਨਿਵਾਸ ਹੋਵੇਗਾ। ਸਮਝ ਲਓ, ਖਾਲਸਾ ਆ ਗਿਆ ਤੇ ਮੈਂ ਆ ਗਿਆ, ਉਹਨਾਂ ਵਿੱਚ ਹੀ ਮੇਰਾ ਨਿਵਾਸ ਹੋਇਆ ਕਰੇਗਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। खालसा मेरी जिंद जान, खालसा मेरो प्राणों के प्राण। किड्डे किड्डे खिताब खालसे नूं महाराज जी ने दिते हैं। तां गुरमुख प्यारिओ, धरती रूप धारण करके आई, बेनती कीती, मैं जंगल देश की धरती हाँ ते आप जी का आउणा सुन के ये बेनती करने वास्ते आई हाँ, ये रूप धारण करके हाजिर हुई हाँ। वो बेनती ये है कि इस किले विच एक काणा देव रहिंदा है, प्रेत। इस किले विच एक काणा देव रहिंदा है, वो बड़ा दुष्ट है, अनाज की पैदावार नहीं बदल दिंदा। तां गुरमुख प्यारिओ, ये बेनती कीती, अनाज की पैदावार नहीं बदल दिंदा ते देश का बहुत अनाज खा जाता है। इसनूं इत्थों कढ के, इसनूं इत्थों कढो तां मैनू धरती नूं सफलता दा अवसर मिलेगा, फिर अन्न दाना बहुत होवेगा, जिस नाल देश सुखी वसे, सारे सुखी हो जाणगे अते तुहाडी किरपा दे पात्र बने रहणगे। धरती कन्या दी ये गल सुन के गुरु जी ने उसनूं धीरज दिता ते आखिया कि काणे दिओ नूं असीं इत्थों कढ के ही जावांगे, तू चिंता ना कर, तेरे देश विच बहुत अन्न पैदा होवेगा।
उस धरती ते अज गुरमुख प्यारे दुनिया तो सब तो वध अन्न फसल उत्थे पैदा हुंदी। आखो सतनाम। काणे देव नूं किले विचों बाहर कढना। प्रसंग सुनो। इतरा जद रात बतीत हो गई तां अंमृत वेले गुरु जी ने स्नान पानी करके नितनेम करके दीवान लगाया। रागिया सिंघां ने कीर्तन किया। उपरंत आप जी ने नेम अनुसार नाम सिमरन ते जन्म सफल करने का उपदेश दिता। कलगीधर पातशाह गुरु गोबिंद सिंह महाराज जी आप नहीं सी ना कीर्तन करते सी ते ना कथा करते सी। ये भी नहीं भी उन्होंने आउंदा नहीं सी, ये भी नहीं भी उन्होंने आउंदा नहीं सी। वो तो सर्व कला समर्थ सी, पर महाराज जी आप आसन के उत्ते बैठ के सुनते होंदे सी। रागी सिंह सी जिहड़े वो कथा कीर्तन करया करते सी। जिवें अज भी गुरु ग्रंथ साहिब महाराज जी बैठे ने आसना के उत्ते सुन रहे हैं, इधर कीर्तन चल रहा ते सतगुरु महाराज जी बैठ के सुन रहे ने, संगतां चरनां 'च बैठियां ने सुन रही ने। ये पुरातन मर्यादा है। एवें नहीं महाराज जी ने कहा जय कीर्तन तेरा साधु गावे तह मेरा मन लागै। महाराज जी कहते जिथे कथा कीर्तन होंदा ना उत्थे मेरा मन लगदा ते उत्थे मैं हाजर नाजर हुंदा। आखो सतनाम। जिथे नितनेम किया जाता है, जिथे कथा कीर्तन हुंदा है, उत्थे मेरा मन लगदा, मेरा मन उत्थे खुश हुंदा। तां गुरमुख प्यारे जिथे कथा कीर्तन नितनेम नहीं हुंदा, महाराज जी कहंदे उत्थे मैं भी बड़ा दुखी रहिंदा। आखो सतनाम। देखिया नहीं कई थावां दे उत्ते गुरुद्वारे बनाए हुए ने, ਸਰੂਪ रख लेंदे आ, ना कोई नितनेम, ना कोई भजन, ना कोई सिमरन, ना कोई गल ना बात। बड़े असी चक के लियाते फिर मारदे सरੂਪ इस तरह। बड़े थावां दे उत्तों घट्टो घट्ट मेरा ख्याल भी 500-700 इस तरह जिहड़े घरां विच जिहा गुरुद्वारे बनाए हुए सी, महाराज दे ਸਰੂਪ लैके गुरुद्वारे जिहड़े नाल दे गुरुद्वारे उत्थे लिजा के महाराज नूं विराजमान कीते। बड़े ते इस तरह दे ना कोई उत्थे नितनेम, ना कोई मान, ना कोई मर्यादा। जिहड़े रखण वाले ने घड़े घड़े शराबां दे पीण वाले हुंदे ने, नशे पत्ते करन वाले ने, खुद अमृतधारी नहीं हुंदे। उत्थे गुरु जी फिर महाराज जी कहंदे असीं बड़े दुखी आ। फिर उत्थे रब दे प्यारिਆਂ ਦੀ ड्यूटी महाराज आप लाउंदा। फिर वो कारज नूं संपूर्ण करके सड़दे ने। विच करता पुरख खलोआ तां बाल ना विंगा होआ। फिर बाल नहीं विंगा हुंदा। जिन्ने मर्जी गुरमुख प्यारिओ लोकी एक पासे खड़ जाण, पर सतगुरु अपने प्यारिਆਂ तो फिर सेवा ले ही लैंदा। आखो सतनाम। सतगुरु कलगीधर पातशाह गुरु गोबिंद सिंह महाराज जदों इस तरह रात बीत गई तो अमृत वेले गुरु जी ने स्नान पानी करके दीवान लाया। रागिया सिंघां ने कीर्तन किया। उपरंत आप जी ने नितनेम अनुसार सिमरन ते मनुखा जन्म सफला करने का उपदेश दिता। उत्थे एक विद्वान पंडित भी आ गया। उत्थे एक विद्वान पंडित भी आप जी के दर्शन करना आया। आप जी ने उसनूं पुछया कि पंडित जी इस किले विच जो काणा दिओ रहिंदा है उसकी बाबत लोगों ने दस्या है कि ये इत्थे बहुत उजाड़ा करता है,
ਪੰਡਤ ਨੇ ਕਿਹਾ, ਗੁਰੂ ਜੀ ਇਹ ਦਿਓ ਬੜਾ ਪੁਰਾਣਾ ਇੱਥੇ ਰਹਿੰਦਾ ਹੈ, ਬਠਿੰਡੇ ਕਿਲੇ ਦੇ ਵਿੱਚ ਇੱਥੇ ਇਹ ਬੜਾ ਪੁਰਾਣਾ ਰਹਿੰਦਾ ਹੈ, ਇਹਦਾ ਇੱਥੋਂ ਜਾਣਾ ਬੜਾ ਔਖਾ ਹੈ। ਅੱਗੋਂ ਆਪ ਸਮਰੱਥ ਹੋ, ਜਿਵੇਂ ਚਾਹੋ ਇਸ ਨੂੰ ਕੱਢ ਸਕਦੇ ਹੋ। ਇਹ ਕਿਲਾ ਰਾਜਾ ਬਿਨੈਪਾਲ ਭੱਟੀ ਰਾਜਪੂਤ ਨੇ ਬਣਵਾਇਆ ਸੀ। ਇਹ ਕਿਲਾ ਰਾਜਾ ਬਿਨੈਪਾਲ ਭੱਟੀ ਰਾਜਪੂਤ ਨੇ ਬਣਵਾਇਆ ਸੀ। ਉਹਦੇ ਪਿੱਛੋਂ ਰਾਜਾ ਗੌਰੀ ਨੇ ਇਹਦਾ ਕੁਝ ਹਿੱਸਾ ਢਾਹ ਦਿੱਤਾ ਸੀ ਅਤੇ ਇਹ ਛੋਟਾ ਜਿਹਾ ਰਹਿ ਗਿਆ ਸੀ। ਉਪਰੰਤ ਇਸ ਵਿੱਚ ਜਦੋਂ ਦਾ ਇਹ ਕਾਣਾ ਦਿਓ ਆਣ ਬੜਿਆ ਹੈ, ਫਿਰ ਇਸ ਅੰਦਰ ਕੋਈ ਵੀ ਡਰਦਾ ਨਹੀਂ ਸੀ ਜਾਂਦਾ। ਗੁਰੂ ਜੀ ਨੇ ਕਿਹਾ, ਪੰਡਤ ਜੀ ਤੁਸੀਂ ਵੇਖੋਗੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਨਾਲ ਇਹ ਕਾਣਾ ਦਿਓ ਇੱਥੋਂ ਕੱਲ ਹੀ ਚਲਿਆ ਜਾਵੇਗਾ। ਸਮਰੱਥਾ ਦੀ ਗੱਲ ਆ, ਬਿਨਾਂ ਸਮਰੱਥਾ ਤੋਂ ਕੁਛ ਨਹੀਂ ਬਣਦਾ। ਸੁਪਰੀਮ ਪਾਵਰ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਦੂਸਰੇ ਦਿਨ ਜਦ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਉਪਰੰਤ ਸਤਨਾਮ ਦਾ ਜਾਪ ਕਰਕੇ ਪਾਣੀ ਦੇ ਛਿੱਟੇ ਮਾਰੇ ਤਾਂ ਕਾਣਾ ਦਿਓ ਭਿਆਨਕ ਰੂਪ ਧਾਰਨ ਕਰਕੇ ਆਪ ਜੀ ਦੇ ਸਾਹਮਣੇ ਹੱਥ ਜੋੜ ਕੇ ਖੜ ਗਿਆ। ਆਸਾ ਦੀ ਵਾਰ ਦਾ ਭੋਗ ਪਾਇਆ ਤੇ ਜਿਹੜਾ ਜਲ ਸੀ ਮਹਾਰਾਜ ਨੇ ਜਲ ਦੇ ਛਿੱਟੇ ਮਾਰੇ, ਸਤਨਾਮ ਵਾਹਿਗੁਰੂ ਕਹਿ ਕੇ ਜਦੋਂ ਪਾਣੀ ਦੇ ਛਿੱਟੇ ਮਾਰੇ ਤਾਂ ਕਾਣਾ ਦਿਓ ਭਿਆਨਕ ਰੂਪ ਧਾਰਨ ਕਰਕੇ ਆਪ ਜੀ ਦੇ ਸਾਹਮਣੇ ਹੱਥ ਜੋੜ ਕੇ ਖੜ ਗਿਆ। ਆਖੋ ਸਤਨਾਮ। ਗੁਰੂ ਜੀ ਨੇ ਪੁੱਛਿਆ, ਕਹਿੰਦੇ ਤੂੰ ਕੌਣ ਹੈ? ਉਸਨੇ ਦੱਸਿਆ, ਜੀ ਮੈਂ ਇੱਥੋਂ ਦੇ ਰਹਿਣ ਵਾਲਾ ਦਿਓ ਹਾਂ, ਮੈਨੂੰ ਕੀ ਹੁਕਮ ਹੈ? ਸਤਿਗੁਰੂ ਜੀ ਨੇ ਕਿਹਾ, ਇੱਥੋਂ ਦੇ ਲੋਕ ਤੇਰੇ ਤੋਂ ਬੜੇ ਦੁਖੀ ਨੇ, ਤੂੰ ਇਹਨਾਂ ਦਾ ਦੇਸ਼ ਪ੍ਰਫੁੱਲਤ ਨਹੀਂ ਹੋਣ ਦਿੰਦਾ। ਅੰਨ ਦਾਣਾ ਉਜਾੜ ਕੇ ਤੂੰ ਦੇਸ਼ ਨੂੰ ਬਰਬਾਦ ਕਰ ਰਿਹਾ ਹੈ, ਤੂੰ ਇੱਥੋਂ ਚਲਿਆ ਜਾ। ਗੁਰੂ ਜੀ ਦਾ ਇਹ ਹੁਕਮ ਸੁਣ ਕੇ ਕਾਣੇ ਦਿਓ ਨੇ ਬੇਨਤੀ ਕੀਤੀ ਕਿ ਪਹਿਲਾਂ ਸਾਡੀ ਬਰਾਦਰੀ ਦਾ ਬਾਸਾ ਗੋਇੰਦਵਾਲ ਹੁੰਦਾ ਸੀ, ਅਸੀਂ ਉੱਥੇ ਕਿਸੇ ਆਦਮੀ ਨੂੰ ਬਸਣ ਨਹੀਂ ਸੀ ਦਿੰਦੇ। ਕਾਣਾ ਦਿਓ ਕਹਿੰਦਾ, ਸਾਡੇ ਤੋਂ ਦੁਖੀ ਹੋ ਕੇ ਪਿੰਡ ਦੇ ਮਾਲਕ ਗੋਂਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਖੰਡੂਰ ਜਾ ਕੇ ਬੇਨਤੀ ਕੀਤੀ। ਤਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੋਂਦੇ ਦੀ ਬੇਨਤੀ ਸੁਣ ਕੇ ਹੱਥ ਜੋੜ ਕੇ ਹੱਥ ਦੀ ਛੜੀ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਾਡੇ ਉੱਪਰ ਭੇਜਿਆ। ਸਾਡੀ ਮਾਤਾ ਤਦੋਂ ਗਰਭਵਤੀ ਸੀ, ਉਹ ਭੱਜ ਕੇ ਇੱਕ ਖੇਤ ਵਿੱਚ ਜਾ ਪ੍ਰਸੂਤਾ ਹੋਈ। ਉੱਥੋਂ ਖੇਤ ਵਿੱਚੋਂ ਮਕਈ ਦਾ ਇੱਕ ਬੁੱਥਾ ਮੈਨੂੰ ਲੱਗਾ, ਜਿਸ ਨਾਲ ਮੇਰੀ ਅੱਖ ਕਾਣੀ ਹੋ ਗਈ। ਫਿਰ ਮੇਰਾ ਦੂਜਾ ਜੌੜਾ ਭਰਾ ਹੋਰ ਜਨਮਿਆ ਤਾਂ ਉਹਦਾ ਹੱਥ ਟੁੱਟ ਗਿਆ, ਉਹ ਟੁੰਡਾ ਹੋ ਗਿਆ। ਉਸ ਸਮੇਂ ਤੋਂ ਜਿਸ ਨੂੰ ਲਗਭਗ 100 ਸਾਲ ਤੋਂ ਉੱਪਰ ਹੋ ਗਿਆ, ਅਸੀਂ ਸਾਰਾ ਪਰਿਵਾਰ ਇੱਥੇ ਹੀ ਵਸ ਰਹੇ ਹਾਂ।
ਹੁਣ जद इत्थों तुसीं वसन नहीं दिंदे तां फिर दसो असीं कित्थे जाइए। ਉਹਦੀ ਬੇਨਤੀ ਸੁਣ ਕੇ गुरु जी ने कहा, कहते तू सरहंद जाके वसना कर। महाराज जी कहते सरहंद जाके वसना कर, उतों तेनू कोई नहीं कढ़ेगा। जद तू उम्र भोग लेगा तां तेरी कल्याण कर देंगे। जा चले जा, सरहंद चले जा। दिओ ने बेनती की, जी मैनू बहुत भुख लगी हुई आ। दिओ ने गुरु गोबिंद सिंह महाराज जी ने बेनती की, जी मैनू बहुत भुख लगी हुई आ, मैनू कुछ पहला खाण नूं दिओ, फिर मैं निकल जावांगा। गुरु जी ने कहा, तू किहड़ा खाना खांदा हुंदा? दिओ ने कहा, जी असीं सारे इलाके विच फिर के वेखदे हां जिस पुरुष ने गुरु परमेश्वर का नाम लैण तो बिना कोई भोजन आदि तैयार किया हुंदा, वो अपवित्र भोजन असी चुक के खा लेंदे हाँ। जिस पदार्थ या चीज़ उत्ते गुरु परमेश्वर का नाम लैके तैयार किया होवे या रखी होवे, ਉਹਦੇ ਅਸੀਂ नेड़े नहीं जा सकते। ਉਹਦੇ नेड़े जाण नाल साडे शरीर सड़न लग जाते ने। समझो गल की कहते हैं? खाना दिओ। कहना जिहड़ा तां प्रसाद लंगर पानी प्रसादा भावें प्रसाद जिहड़ी चीज़ तां तुहाडा नाम जपदे सतनाम दा जाप करदे आ तैयार होंदी आ, ਉਹਦੇ ਅਸੀਂ नेड़े नहीं जाते। जिहड़ी कोई दाल सब्जी प्रसादा पानी तुहाडा नाम सतनाम वाहिगुरू दा नाम जप के नहीं तैयार हुंदा, कहंदे फिर वो असीं लवेट दिंदे, ਉਹਦੇ लवे जाने असीं, ਉਹ ਚੱਕ ਦਿੰਦੇ ਆ, फिर ਉਹਨੂੰ खाने आ। जिस पदार्थ या चीज़ उत्ते गुरु परमेश्वर का नाम लैके तैयार किया होवे या रखी होवे, ਉਹਦੇ नेड़े नहीं जा सकते। ਉਹਦੇ नेड़े जाण नाल साडे शरीर सड़न लग जाते हैं। पर अज अजे सवेरा है, इस करके असी कितों भोजन नहीं कर सकते। सतगुरु जी ने उसकी सारी गल सुन के आख्या, महाराज जी कहते इत्थों तू छेती निकल के सरहंद पुज जा, उत्थों तेनू बहुत अपवित्र भोजन मिलेगा। सतगुरु जी का वचन मन के दिओ अपने परिवार नूं नाल लैके उसी समय निकल गया। उसी समय चले गया, फिर पहुंचे सरहंद सूबा कचहरी च। फिर इन्हां नूं कीता तंग ने जाके। सच्चे प्रेम की महानता तां गुरमुख प्यारिओ, रात नूं किले दे बाहर कंध नाल हेठां कई व्यापारी उतरे हुए सन। वो अपनी मौज नाल बहुत रात गई तक ससी पुन्नू दे गीत गाउंदे रहे। गुरु जी गीत सुनते भी किहड़े ने। जब सवेर आप जी का दीवार सजिया तो आप जी ने एक सिख नूं भेज के उन्हां व्यापारी गीत गाउण वालियां नूं सद के वचन किया, जिस तरह तुसीं रात समय ससी पुन्नू दे गीत गाया सी, उस तरह ही गा के हुण सानूं सुणाओ। उन्होंने कहा जी सानू तुहाडे पासों शर्म आउंदी आ, तुहाडे सामने असी नहीं गा सकते। उन्हां दी ये गल सुन के गुरु जी ने कहा, एक कनात ताण दिओ। कनात ताण के उस विच उन्हां नूं बिठा के आख्या कि हुण असी तुहाडे सामने नहीं आ,
ਵਿਚਾਲੇ ਪੜਦਾ ਹੈ, ਗੀਤ ਗਾ ਕੇ ਸੁਣਾਓ। ਜਦ ਉਹਨਾਂ ਨੇ ਹੁਕਮ ਮੰਨ ਕੇ ਕਨਾਤ ਅੰਦਰ ਬੈਠ ਕੇ ਗੀਤ ਗਾਇਆ, ਜੀਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਉਹਨਾਂ ਨੂੰ ਬਹੁਤ ਧਨ ਦੀ ਬਖਸ਼ਿਸ਼ ਕੀਤੀ ਤੇ ਕਿਹਾ ਕਿ ਪ੍ਰੇਮ ਦਾ ਬਹੁਤ ਮਹੱਤਵ ਹੈ। ਜੋ ਪ੍ਰੇਮ ਕਰਦਾ ਹੈ ਉਹ ਆਪਣੇ ਪਿਆਰੇ ਨੂੰ ਪਾ ਲੈਂਦਾ ਹੈ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਕਿਹਾ, ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰੇਮ ਕੀਤਾ ਨਾ, ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ। ਆਖੋ ਸਤਿਨਾਮ। ਇਸੇ ਤਰ੍ਹਾਂ ਹੀ ਜਿਨ੍ਹਾਂ ਦਾ ਆਪਣੇ ਗੁਰੂ ਪਰਮੇਸ਼ਰ ਨਾਲ ਪ੍ਰੇਮ ਹੋ ਜਾਂਦਾ ਹੈ, ਉਹ ਤਤ ਸਿੰਨ ਹੀ ਕੇਵਲ ਮੁਕਤੀ ਪ੍ਰਾਪਤ ਕਰ ਲੈਂਦੇ ਹਨ। ਸਾਰੇ ਸ੍ਰੇਸ਼ਟ ਕਰਮਾਂ ਦੇ ਵਿੱਚੋਂ ਵਾਹਿਗੁਰੂ ਦਾ ਪ੍ਰੇਮ ਸ਼੍ਰੋਮਣੀ ਪ੍ਰੇਮ ਹੈ। ਦਮ ਦਮੇ ਦੀ ਵਾਪਸੀ ਤੇ ਦਿਆਲ ਦਾਸ ਨੂੰ ਬਖਸ਼ਣਾ। 2-4 ਦਿਨ ਬਠਿੰਡੇ ਕਿਲੇ ਵਿੱਚ ਵਿਸ਼ਰਾਮ ਕਰਕੇ ਗੁਰੂ ਜੀ ਵਾਪਸ ਦਮ ਦਮੇ ਨੂੰ ਮੁੜ ਪਏ। ਰਾਤੇ ਵਿੱਚ ਸੰਮੀ ਪਿੰਡ ਦੇ ਲੋਕਾਂ ਨੇ ਆਪ ਜੀ ਦੇ ਡੇਰੇ ਦੀ ਬੜੇ ਪ੍ਰੇਮ ਨਾਲ ਅੰਨ ਜਲ ਸੇਵਾ ਕਰਕੇ ਖੁਸ਼ੀ ਲਈਆਂ। ਸ਼ਾਮ ਨੂੰ ਜਦ ਗੁਰੂ ਜੀ ਨੇ ਦਮਦਮੇ ਪੁੱਜ ਕੇ ਡੇਰਾ ਕੀਤਾ, ਭਾਈ ਰਾਮ ਸਿੰਘ ਜੀ ਨੇ ਬੇਨਤੀ ਕੀਤੀ, ਗੁਰੂ ਜੀ ਦਿਆਲ ਦਾਸ ਆਪ ਜੀ ਵਾਸਤੇ ਭੰਡਾਰੇ ਦਾ ਭੋਜਨ, ਕੜਾਹ ਪ੍ਰਸਾਦ ਦੀ ਦੇਗ ਆਦਿਕ ਗੱਡਿਆਂ ਤੇ ਲੱਦ ਕੇ ਫੇਰ ਹਾਜ਼ਰ ਹੋਇਆ। ਇਸ ਨੂੰ ਆਪਣੇ ਜਾਣ ਕੇ ਬਖਸ਼ ਲਵੋ। ਜਦ ਭਾਈ ਰਾਮ ਸਿੰਘ ਨੇ ਇਹ ਬੇਨਤੀ ਕੀਤੀ ਤਾਂ ਦਿਆਲ ਦਾਸ ਗੁਰੂ ਜੀ ਦੇ ਚਰਨਾਂ ਤੇ ਪੈ ਗਿਆ। ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਦੇ ਅੱਗੇ ਖੜਾ ਹੋ ਗਿਆ। ਸਤਿਗੁਰੂ ਜੀ ਨੇ ਉਸ ਨੂੰ ਉਸ ਵੱਲ ਵੇਖ ਕੇ ਆਪਣੇ ਸਿੰਘਾਂ ਨੂੰ ਆਖਿਆ ਕਿ ਇਹ ਭਾਈ ਭਗਤੂ ਦੀ ਬੰਸ ਦਾ ਮਸੰਦ ਹੋਇਆ। ਅਸਾਂ ਇਸ ਨੂੰ ਬਖਸ਼ਿਸ਼ ਦਿੱਤੀ ਹੈ, ਇਹਦਾ ਅੰਨ ਵਰਤਾ ਦਿਓ। ਸਿੰਘਾਂ ਨੇ ਅਰਦਾਸ ਕਰਕੇ ਜਦ ਭੋਜਨ ਵੇਖਿਆ ਤਾਂ ਉਸ ਵਿੱਚ ਬਹੁਤ ਕੀੜੇ ਚੱਲ ਰਹੇ ਸਨ। ਜਦੋਂ ਭੋਜਨ ਦੇਖਿਆ ਨਾ, ਉਸ ਵਿੱਚ ਬਹੁਤ ਕੀੜੇ ਚੱਲ ਰਹੇ ਸਨ। ਸਿੰਘਾਂ ਨੇ ਗੁਰੂ ਜੀ ਨੂੰ ਦੱਸਿਆ, ਗੁਰੂ ਜੀ ਇਹ ਭੋਜਨ ਵਰਤਾਉਣ ਯੋਗ ਨਹੀਂ ਹੈ। ਮਹਾਰਾਜ ਜੀ ਕਹਿੰਦੇ ਭਾਈ ਕੀ ਹੋ ਗਿਆ? ਸਿੰਘ ਕਹਿੰਦੇ ਇਸ ਵਿੱਚ ਕੀੜੇ ਪਏ ਹੋਏ ਹਨ। ਗੁਰੂ ਜੀ ਨੇ ਭੋਜਨ ਮੰਗਵਾ ਕੇ ਆਪਣੇ ਹੱਥ ਦੀ ਥੇਲੀ ਤੇ ਰੱਖ ਕੇ ਉਸ ਨੂੰ ਮਲ ਕੇ ਛਕ ਲਿਆ ਤੇ ਆਖਿਆ ਕਿ ਭਗਤੂ ਦੀ ਦੇਗ ਪ੍ਰਵਾਨ ਹੋ ਗਈ। ਉਪਰੰਤ ਜਦ ਵਰਤਾਵੇ ਨੇ ਵੇਖਿਆ ਕਿ ਜਿਹੜੇ ਭੋਜਨ ਵਿੱਚ ਕੀੜੇ ਸਨ, ਜਦੋਂ ਭੋਜਨ ਵੇਖਿਆ ਤਾਂ ਬਿਲਕੁਲ ਸ਼ੁੱਧ ਹੈ, ਬਿਲਕੁਲ ਸਹੀ ਹੈ, ਠੀਕ ਹੈ। ਤਾਂ ਉਸ ਨੇ ਸਿੰਘਾਂ ਵਿੱਚ ਉਹਦੇ ਖੁੱਲੇ ਗੱਫੇ ਵਰਤਾ ਦਿੱਤੇ। ਇਸ ਉਪਰੰਤ ਦਿਆਲ ਦਾਸ ਨੇ ਇੱਕ ਘੋੜਾ ਤੇ ਇੱਕ ਦੁਸਾਲਾ ਗੁਰੂ ਜੀ ਦੀ ਭੇਟਾ ਕਰਕੇ ਮੱਥਾ ਟੇਕਿਆ। ਤਾਂ ਗੁਰਮੁਖ ਪਿਆਰਿਓ, ਪਰਾਇਆ ਧਨ ਖਾਣ ਦਾ ਫਲ, ਪਰਾਇਆ ਧਨ ਖਾਣ ਦਾ ਫਲ ਇੱਕ ਸਿੱਖ ਹਿਰਨ ਜੂਨੀ ਵਿੱਚ। ਤੁਸੀਂ ਕਹੋਗੇ ਸਿੱਖ ਵੀ ਜੂਨੀ 'ਚ ਪੈ ਜਾਂਦੇ ਨੇ? ਪੈ ਜਾਂਦੇ ਨੇ। ਭਾਈ ਕੀਰਤੀ ਦਾ ਪਿਓ ਭਾਈ ਕੀਰਤੀਆ ਕੌਣ? ਦਸ਼ਮੇਸ਼ ਪਿਤਾ
गुरु गोबिंद सिंह महाराज ਦਾ ਸਿੱਖ ਹੋਇਆ ਜਿਹੜਾ ਮਹਾਰਾਜ ਨੂੰ ਚੌਰ ਸਾਹਿਬ ਕਰਦਾ ਹੁੰਦਾ ਸੀ, ਭਾਈ ਕੀਰਤੀਆ। ਤਾਂ ਗੁਰਮੁਖ ਪਿਆਰਿਓ, ਇੱਕ ਕਲੰਦਰ ਰਿਸ ਵਾਲਾ ਰਿਸ ਲੈ ਕੇ ਆਇਆ, ਬੜੀਆਂ ਪੁੱਠੀਆਂ ਸਿੱਧੀਆਂ ਜਿਹੀਆਂ ਛਾਲਾਂ ਮਾਰਦਾ ਰਿਸ। ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਰਿਸ ਵਾਲਾ ਆਇਆ। ਮਹਾਰਾਜ ਜੀ ਕਹਿੰਦੇ ਅੱਛਾ। अंतरजामी सतगुरु कड़ कड़ के अंतर की जानत, भले बुरे की पीर पछानत। महाराज जी कहते बुलाओ भाई, अज रिश दा तमाशा वेखदे आ। महाराज जी कहते बुला लिया। तां गुरमुख प्यारे जदों रिस वाला बुला लिया, महाराज जी कहते दिखाओ भाई ਇਹਦਾ तमाशा की कौतुक करदा। पुठियां सीधियां जिहियां छालां मारदा, सारे सिंह हस रहे ने, खुश हो रहे ने। जिहड़ा भाई कीरतिया सी ना, ਉਹ ਚੌਰ ਸਾਹਿਬ ਕਰ ਰਿਹਾ ਸੀ महाराज ਨੂੰ। ਜਦੋਂ ਚੌਰ ਸਾਹਿਬ ਕਰ ਰਿਹਾ ਸੀ, ਉਹ भी लग गया हसन। जिथे हुण सारे सिंह हस रहे सी, वो भी हसन लग गया। महाराज जी ने पीछे ਨੂੰ ਮੁੜ ਕੇ देखिया। महाराज जी कहते भाई कीरतिया, तू ना हस। तू क्यों हसदा? भाई कीरती कहता महाराज जी देखो तो जी, कहता किन्ना वधिया तमाशा कर रहा, सारे सिंह हस रहे ने, तुसीं मैनू क्यों मना करदे हो? महाराज जी कहते जब तेनों कहना भी तू ना हस, कहता सच्चे पातशाह कारण तो दसो क्यों ना हसा? महाराज जी कहते तेरा प्यो है, ये तेरा प्यो आ। कहता मेरा प्यो रिश्ती जून? कहते हाँ। कहना जी मेरा प्यो तो तुहाडे पिता गुरु तेग बहादुर महाराज ने चौर करिया करदा सी। मेरा पिता तो तुहाडे पिता गुरु तेग बहादुर महाराज जी की सेवा करदा सी। भाई कीरती ने चौर साहब रखता। कहना जे सेवा करदे आ मेरा पिता रिस बन गया, फिर मैं की पता भी की बनागा, की फायदा सेवा करने का। महाराज जी कहते नाराज ना हो, सुन ला। फिर चुप करके कहते तेन सुनाने गल। रिस वाले कहते रिस भी बंद कर, कहते तमाशा करने का हजे। सुनो सिंह, कहते सारी संगत सुनो। महाराज जी कहते पुछना तेने? कहता हाँ जी दसो। कहते लै सुन तू। कहते तेरा पिता कड़ा प्रसाद की देग वरता रहा सी। एक सिख दसा नौ की किरत कमाई करने वाला कणक का गड्ढा नहीं जा रहा सी। ਉਹਦੇ ਦਾੜੇ ਵਿੱਚ ਧੂੜ ਘੱਟਾ ਪਿਆ ਹੋਇਆ, ਪੁਰਾਣੇ ਵਸਤਰ, ਗੱਡਾ ਲਈ ਯਾਰਤੀ ਰੇਤਾ ਚੜਿਆ ਹੋਇਆ, ਪੱਗ ਤੇ ਰੇਤਾ ਜਮਿਆ ਹੋਇਆ, ਸਾਰੇ ਸਰੀਰ ਤੇ ਦਾੜੇ ਦੇ ਉੱਤੇ ਰੇਤਾ ਜਮਿਆ ਹੋਇਆ, ਲੰਮਾ ਲੰਮਾ ਦਾੜਾ। ਪਰ ਭਜਨ ਕਰਨ ਵਾਲਾ ਸੀ, ਸਿਮਰਨ ਕਰਨ ਵਾਲਾ ਸੀ। ਉਹਨੇ ਦੇਖਿਆ ਵੀ ਦੇਗ ਵਰਤਾਈ ਜਾ ਰਹੀ ਹੈ, ਵੀ ਆਪਾਂ ਵੀ ਚਲੋ ਕਿਣਕਾ ਲੈ ਲਈਏ, ਆਪਣਾ ਵੀ ਆਧਾਰ ਹੋ ਜਾਏਗਾ। ਇੱਕ ਗੱਲ ਯਾਦ ਰੱਖਿਓ, ਜਿਹੜੀ ਦੇਗ ਆ ਨਾ ਗੁਰੂ ਨੂੰ ਭੋਗ ਲੱਗਦਾ, ਇਹਨੂੰ ਐਵੇਂ ਨਾ ਸਮਝ ਲਓ ਵੀ ਕਿਤੇ ਬਸ ਛਕ ਲਿਆ ਹੋਈ ਕੜਾਹ ਪ੍ਰਸਾਦ ਆ। ਇਹ ਸਤਿਗੁਰੂ ਦਾ ਸੀਤਲ ਪ੍ਰਸਾਦ ਆ। ਕੀ ਕਹਿਣਗੇ ਬਾਬਾ ਜੀ ਥੋੜੀ ਜਿਹੀ ਦਿਓ ਸ਼ੂਗਰ ਆ। ਲੈ ਦੱਸੋ ਇਹ ਕਿਉਂ, ਕੌਣ ਕਹਿੰਦਾ ਹੁੰਦਾ? ਜਿਹਨੂੰ ਗਿਆਨ ਨਹੀਂ ਹੈ, ਜਿਹਨੂੰ ਗਿਆਨ ਨਹੀਂ ਹੈ ਉਹ ਇਹ ਕਹੋ ਬਸ ਥੋੜੀ ਦਿਓ ਜੀ ਸ਼ੂਗਰ ਆ। ਕੀ ਕਹਿਣਗੇ ਜੀ ਗਲਾ ਜਾ ਖਰਾਬ ਆ, ਬਸ ਥੋੜੀ ਜਿਹੀ ਦਿਓ। ਕੌਣ ਕਹੂਗਾ ਇਹ? ਜਿਨ੍ਹਾਂ ਨੂੰ ਗਿਆਨ ਨਹੀਂ ਹੈ। ਜਿਨ੍ਹਾਂ ਨੂੰ ਗਿਆਨ ਆ ਨਾ ਵੀ ਇਹ ਸਤਿਗੁਰ ਦਾ ਸੀਤਲ ਪ੍ਰਸਾਦ ਆ।
सतगुरु का शीतल प्रसाद सत्ती रोग तोड़दा। आखो सतनाम। आ जिहड़ा तुसीं लैंदे ना किणका देखदा साडे शरीर दे अंदर जांदा, ये सारा अंदर घुमदा कल्ली कल्ली नाड़ी दे विच। जिथे भी कोई रोग है ना, ये सब चक दिंदा। आखो सतनाम। एवें नहीं कड़ा प्रसाद की देग, इसकी बहुत वड्डी महानता। वो इन्हीं भी कड़ा प्रसाद की देग बन गई, तैयार हो गई। सतगुरु जी भोग लाउंदे ने ते शीतल प्रसाद बन जाता। जिहदे अंदर किणका चलिया गया ना, तो बीमारियां खत्म करके रखदा। जिहनूं शीतल प्रसाद बना के सकोगे तो भी गुरु जी का भोग लग्या होया शीतल प्रसाद आ अंदर शरीर दे जाओ तो दुखड़िया का नाश करूगा। आखो सतनाम। विचार चल रही सी, वो सिख जांदा जांदा भी देग वरता रहे आ ते किणका आपां भी लै लईए। उन्हें बेचारे ने हत्थ जे झाड़े फटाफट एकना ते हत्थ जे झाड़ के हत्थ मूहरे करन लग्या। ये जिहड़ा कीर्ति दा प्यो सिख सी, ये दूजे पासे होर वंडी जावे। ये सिख फिर उठ के उधर नूं हो गया, उन्हें फिर घूम के परां नूं वंडण लग गया। इहनूं देग ही नहीं दित्ती। उत्तों जदों देग ना दित्ती, ਉਹ ਕਹਿਣ ਲੱਗਿਆ कीर्ति ਦਾ ਪਿਓ ਜਿਹੜਾ सिख देग ਵਰਤਾਰੇ ਦੀ, ਕਹਿੰਦਾ ਬਹਿ ਜਾ। ਕਹਿੰਦਾ ਕਿਉਂ ਰਿਸ ਵਾਂਗੂ ਟੱਪੀ ਜਾਂਦਾ, ਕਿਉਂ ਰਿਸ ਵਾਂਗੂ ਟੱਪੀ ਜਾਂਦਾ। ਕਹਿੰਦਾ ਮੈਂ ਤਾਂ ਦੇਗ ਮੰਗ ਰਿਹਾ, ਕਿਣਕਾ ਦੇਗ ਮੇਰਾ ਗੱਡਾ ਜਾ ਰਿਹਾ ਲੰਘਿਆ ਅੱਗੇ, ਦੇਗ ਦੇ ਦੇ। ਬਹਿ ਜਾ। ਕਹਿੰਦਾ ਰਿਸ ਵਾਂਗੂ ਟੱਪੀ ਜਾਂਦਾ। ਕਹਿੰਦਾ ਐਵੇਂ ਹਾਲਤ ਦੇਖੀਏ ਤੇਰੀ। किणका चक के थल्लों डिगया हुआ देखदा ना, किणका एक जस जीव सावै ताकि महिमा गणी न आवे। कांखी एक दर्श तुहारो नानक संग उन मोहे आधारो। किणका ही उधार कर दिंदा देखदा तां किणका ही। जांदे जांदे थल्लों किणका देखदा चक्किया, कहंदा रिस वांगू मैं नहीं टपदा, रिस वांगू तो तू टपदा। आखो सतनाम। हो गया ना बचन। साधु बोले सहस पाए, साधका बोलिया बिरथा ना जाए। बिरथा नहीं जाता है, रब दे प्यारिਆਂ ਦਾ बचन व्यर्थ नहीं जाता। ये कोई ना कोई रंग लिया है। जिहड़े बचन मन लैंदे ने तां तर जांदे ने, माफ कर दिओ। ਜਿਹੜੇ बचन नहीं मनते ना, वो भाई फिर दुख जरूर पाते हैं। हुण रिश दी जोन दे विच पै गया। महाराज जी कहते ये रिश दी जोन दे विच पै गया। भाई कीर्ति ने हथ जोड़ के बेनती की, सच्चे पातशाह इहदा उधार कर दो। फिर महाराज जी कहते कोई नहीं, उधार करांगे। ये गुरु घर दा सिख सी, सेवक सी, गलती कीती तां इहनूं सज़ा मिल गई। सानू महापुरुष दस्सिया करदे सी, संत बाबा दर्शन सिंह जी खालसा टक्की साहिब वाले महापुरुष, कहंदे बार गलती करके बंदा भुल बख्शा लैंदा गुरु दे कोल आके। बार गलती करके गलती हो जाए, गलती कीती जावे, कहते गुरु दे कोल भुल बख्शा लैंदा। माफ कर दिओ। जिहड़ा गुरु कोल रह के गलती करदा ना, आ दस दो भी वो जगह किहड़ी जिथे जाके बख्शाऊगा। वो नहीं बख्शी जाती, वो नहीं फिर गुरमुख प्यारे सतगुरु बख्शदा। रहत बिना दर चोटां खावे, सारी जिंदगी फिर चोटां खांदा रहिंदा। इस करके भाई जदों महाराज जी ने बेनती की, महाराज जी फिर किरपा करो। महाराज जी कहते लियाओ गड़बा। जदों गड़बा लियांदा, उहदे विचों जल दे सिट्टे रिश दे उत्ते मारे सतनाम वाहिगुरू कह के
ਉਹ ਰਿਸ ਉੱਥੇ ਗੁਰਮੁਖ ਪਿਆਰਿਓ ਪੰਜ ਭੌਤਿਕ ਸਰੀਰ ਛੱਡ ਗਿਆ ਤੇ ਗੁਰਮੁਖ ਪਿਆਰਿਓ ਉਹਦੇ ਵਿੱਚੋਂ ਜਿਹੜੀ ਰੂਹ ਸੀ, ਭਾਈ ਸੋਭਾ ਰਾਮ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਸੀ, ਤੁਸੀਂ ਹੁਣ ਮੇਰੇ ਤੇ ਕਿਰਪਾ ਕੀਤੀ, ਹੁਣ ਤੁਹਾਡੀ ਕਿਰਪਾ ਦਾ ਸਦਕਾ ਮੈਂ ਸੱਚਖੰਡ ਨੂੰ ਚੱਲੇ, ਆਖੋ ਸਤਨਾਮ। ਇਹਦੇ ਦਾ ਹੁਣ ਉਧਾਰ ਕਰ ਦਿੱਤਾ। ਇੱਧਰੋਂ ਰਿਸ਼ਾ ਵਾਲਾ ਰੋਣ ਲੱਗ ਗਿਆ। ਰਿਸ਼ਾ ਵਾਲਾ ਕਹਿੰਦਾ ਜੀ ਮੇਰਾ ਤਾਂ ਰੋਜੀ ਰੋਟੀ ਦਾ ਮਸਲਾ ਸੀ ਵੀ ਮੈਂ ਤਾਂ ਹੁਣ ਬੜਾ ਔਖਾ ਹੋ ਜੂ, ਬੜਾ ਮਸਾਂ ਪੈਸੇ ਪੂਸੇ ਇਕੱਠੇ ਕਰਕੇ ਖਰੀਦਿਆ ਸੀ, ਮਾੜਾ ਮੋਟਾ ਤਮਾਸ਼ਾ ਕਰ ਲੈਂਦੇ ਸੀ ਤੇ ਪਰਿਵਾਰ ਪਾਲਦਾ ਸੀ। ਮਹਾਰਾਜ ਜੀ ਕਹਿੰਦੇ ਕਿੰਨੇ ਦਾ ਲਿਆਂਦਾ ਸੀ? ਕਹਿੰਦਾ ਜੀ ਇਹ 100 ਰੁਪਏ ਦਾ ਲਿੱਤਾ ਸੀ। ਮਹਾਰਾਜ ਜੀ ਕਹਿੰਦੇ ਇਹਨੂੰ 200 ਰੁਪਇਆ ਦੇ ਦਿਓ, 200 ਰੁਪਇਆ ਦੇ ਦਿਓ। ਮਹਾਰਾਜ ਜੀ ਨੇ ਇਹਨੂੰ 200 ਰੁਪਏ ਦਿੱਤਾ, ਨਾਲੇ ਤਾਂ ਇਹਦਾ ਉਧਾਰ ਕਰ ਦਿੱਤਾ ਤੇ ਨਾਲੇ ਰਿਸ਼ ਵਾਲਾ ਸਾਲਾ ਮਾਰਦਾ ਗਿਆ ਵੀ ਅਸੀਂ 100 ਦਾ ਲਿੱਤਾ ਸੀ, ਚਲੋ 100 ਦਾ ਹੋਰ ਲੈ ਲਾਂਗੇ, 100 ਰੁਪਏ ਬਚ ਗਿਆ, ਮੌਜ ਕਰਾਂਗੇ, ਐਸ ਕਰਾਂਗੇ। ਐ ਸਤਿਗੁਰੂ ਉਧਾਰ ਕਰਦਾ, ਭਲਾ ਕਰਦਾ। ਆਓ ਸਮਾਂ ਇਜਾਜ਼ਤ ਨਹੀਂ ਦਿੰਦਾ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ, ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ ਤੇ ਮੇਰਾ ਪ੍ਰਾਤ ਰੱਖ ਕੇ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਆਓ ਕੱਲ ਸ਼ਹੀਦੀ ਜੋੜ ਮੇਲਾ ਮਨਾਇਆ ਸਾਹਿਬਜ਼ਾਦਿਆਂ ਦੀ ਯਾਦ ਵਿੱਚ। 3 ਦਿਨ ਨੌਜਵਾਨਾਂ ਨੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ। ਸੋ ਸਾਰਿਆਂ ਦਾ ਧੰਨਵਾਦ ਭਾਈ, ਜੋ ਗੁਰੂ ਦੇ ਪਿਆਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਹੋ, ਖੜ੍ਹਦੇ ਹੋ, ਚੱਲਦੇ ਹੋ। ਜਿੱਥੇ ਇੰਨਾ ਕੁਝ ਕਰਦੇ ਹੋ ਨਾ, ਉੱਥੇ ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਗੁਰੂ ਦੇ ਚਰਨੀ, ਇਹ ਨਹੀਂ ਵੀ ਹੁਣ ਸਾਲ ਬਾਅਦ ਲੰਗਰ ਲਾ ਗਏ ਤੇ ਬਸ ਕੰਮ ਛਰ ਗਿਆ, ਨਹੀਂ। ਰੋਜ਼ ਗੁਰੂ ਦੇ ਦਰਸ਼ਨ ਕਰੋ, ਨਿਤਨੇਮ ਬਣਾਓ ਵੀ ਗੁਰੂ ਦੇ ਦਰਸ਼ਨ ਕਰਨੇ ਨੇ। ਦਾੜੀਆਂ ਰੱਖੋ, ਕੇਸ ਰੱਖੋ, ਸਿੰਘ ਸਜੋ, ਗੁਰੂ ਵਾਲੇ ਬਣ ਕੇ ਫਿਰ ਗੁਰੂ ਦੀ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਆਖੋ ਸਤਨਾਮ। ਬਾਬਾ ਫਰੀਦ ਜੀ ਨੇ 37 ਸਾਲ ਬੰਦਗੀ ਕੀਤੀ, 37 ਸਾਲ। ਪਰ ਗੁਰਮੁਖ ਪਿਆਰੇ 37 ਸਾਲ ਬੰਦਗੀ ਕਰਕੇ ਵੀ ਗੁਰੂ ਪ੍ਰਾਪਤ ਨਹੀਂ ਹੋਇਆ। ਆਖੋ ਸਤਨਾਮ। ਕਿਉਂ ਨਹੀਂ ਹੋਇਆ? ਕਿਉਂ ਨਹੀਂ ਭਗਤੀ ਸਫਲ ਹੋਈ? ਤਾਂ ਗੁਰਮੁਖ ਪਿਆਰੇ ਨਗੁਰੇ ਰਹਿ ਕੇ ਭਗਤੀ ਕੀਤੀ, ਇਸ ਕਰਕੇ ਸਫਲ ਨਹੀਂ ਹੋਈ। ਫਿਰ 12 ਸਾਲ ਦੀ ਭਗਤੀ ਗੁਰੂ ਵਾਲੇ ਬਣ ਕੇ, ਗੁਰੂ ਧਾਰਨ ਕਰਕੇ 12 ਸਾਲ ਦੀ ਫੇਰ ਕੀਤੀ। 48 ਸਾਲ ਬਾਬੇ ਫਰੀਦ ਨੇ ਭਗਤੀ ਕੀਤੀ, ਫਿਰ ਕਿਰਪਾ ਹੋਈ ਜਾ ਕੇ। ਆਖੋ ਸਤਨਾਮ। ਇਸ ਕਰਕੇ ਭਾਈ ਗੁਰੂ ਵਾਲੇ ਬਣ ਕੇ ਸੇਵਾ ਕਰੋ, ਸਿਮਰਨ ਕਰੋ, ਆਪਣੇ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰੋ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਥਾਂ ਥਾਂ ਦੇ ਉੱਤੇ ਨਗਰਾਂ ਦੇ ਵਿੱਚ ਮਨਾਇਆ ਗਿਆ। ਕੱਲ ਦਫ਼ਤਰੀ ਵਾਲਿਆਂ ਦਾ ਫੋਨ ਆ ਗਿਆ, ਉੱਥੇ ਮੈਂ ਪਿਛਲੇ ਸਾਲ ਦੀਵਾਨ ਲਾ ਕੇ ਆਇਆ ਸੀ। ਉੱਥੇ ਮੇਰਾ ਖਿਆਲ ਵੀ ਘੱਟੋ ਘੱਟ 6-7 ਹਜ਼ਾਰ ਦਾ ਇਕੱਠ ਸੀ। ਤੁਸੀਂ ਕਹੋਗੇ ਜੀ ਇੰਨੀ ਸੰਗਤ? ਪਿੰਡ ਵੱਡਾ ਇੱਕ ਤਾਂ, ਤੇ ਇੱਕ ਬਾਹਰੋਂ ਫਿਰ ਆਲੇ ਦਾਲੇ। ਉਹ ਕਿਹੜੀ ਅੱਖ ਨਹੀਂ ਸੀ ਜਿਹੜੀ ਰੋਈ ਨਹੀਂ ਸੀ, ਜਿਵੇਂ ਕੱਲ ਬੜੀਆਂ ਸੰਗਤਾਂ ਰੋਂਦੀਆਂ ਸੀ। ਦੀਵਾਨ ਇਹ ਇਤਿਹਾਸ ਹੀ ਐਸਾ, ਸਾਰੀ ਸੰਗਤ ਪਾਤੜਾਂ ਦੇ ਲਵੇ ਪੈਂਦਾ ਦਫ਼ਤਰੀ ਵਾਲਾ, ਬੜੀਆਂ ਭੋਬਾਂ ਮਾਰ ਮਾਰ ਕੇ ਸਾਰੇ ਸੰਗਤ ਰੋ, ਸਾਰੀ ਕਮੇਟੀ ਵਾਲੇ ਹੋਰ ਸਾਰੇ। ਖੁਦ ਮੇਰਾ ਬਹੁਤ ਉੱਚੀ ਰੋਣਾ ਨਿਕਲਿਆ ਸੀ। ਇਤਿਹਾਸ ਐਡਾ ਦਰਦਨਾਕ ਆ। ਤੇ ਕੱਲ ਉਹ ਚੇਤੇ ਕਰਦੇ ਸੀ, ਕਹਿੰਦੇ ਜੀ ਪਾਠੀ ਲਿਆਂਦਾ, ਪਤਾ ਨਹੀਂ ਕਹਿੰਦੇ 5-6 ਬਦਲ ਗਏ, ਗੱਲੇ ਨਹੀਂ ਬਣ ਰਹੀ, ਕੋਈ ਨੰਦੇ ਨਹੀਂ ਆ ਰਿਹਾ, ਕਹਿੰਦੇ ਕਥਾ ਕੀਰਤਨ ਦਾ।
जिन्ना चिर भाई गुरु की किरपा नहीं ना हुंदी, गुरु की खुशी नहीं हुंदी, इत्थे नहीं भी बोलिया जांदा आप। इत्थे तां ज्यों बुलावे तूं बोले स्वामी, कुदरत कावन हमारी। ये गुरु आप बुलांदा है ते गुरु आप किरपा करदा, रहमत करदा ते आप सिर ते हथ रखदा, फिर बोलिया जांदा है। सो कल प्रधान जी जिहड़ा दफ्तर डुस डुस जी करे, मैं हुण की करिए भाई, साडा तां आप नहीं समा सी, इधर प्रोग्राम सी। मैं इस करके कहदा तुसीं जवाब देता, गल्ले नहीं बनी कीर्तन दी। ये सतगुरु आप ही रहमत करदा, आप ही मेरा करदा। सो अज दा दीवान है जिहड़ा पिंड लौंडा साहिब की धरती ते गुरुद्वारा साहिब 11 बजे तो लैके 1 बजे तक सजेगा। सो उत्थे भी अज हाज़री भरनी जिथे ने। आओ जो देखदियां सेवावां ने, सरदार राजवीर सिंह जी प्रधान गुरुद्वारा साहिब, सानौब सरदार दिदार सिंह जी कनगो, इन्ना परिवार वालों देग दी सेवा हाजरा, और एक देग दी सेवा होर भी आई हुई है। हरनूर कौर पुत्री गुरजोत सिंह जी, इन्ना परिवार वालों भी देग दी सेवा हाजरा। आओ श्लोक दे विच बोल के रसना नूं करिए पवित्र अरदास। हुक्मनामा साहिब कड़ा प्रसाद दी देगां लै करके फिर आपो अपने कारो विहार करने आ। लोक सुखीए परलोक सहेले, नानक हर प्रभ आपे मिले। श्लोक पवन गुरु पाणी पिता, माता तरत महत, दिवस रात दो दाई दाया, खेलै सगल जगत, चंगियाइयां बुराइयां, वाचै धर्म दूर, करमी आपो अपने, के नेड़े के दूर, जिनी नाम ते आया, गए मसकत काल, नानक ते मुखे उजले, केते छुटी नाल, जिनी नाम ते आया, गए मसकत काल, नानक ते मुखे उजले, केती छुटी नाल, जिनी नाम ते आया, गए मसकत काल, नानक ते मुखे उजले, केती छुटे नाल। वाहिगुरु जी का खालसा, वाहिगुरु जी की फतेह।